this is my channel. Kindly like, comment and don't forget to subscribe. अस्सलामुअलैकुम वरहमतुल्लाहि वबरकातुहू। ਇਹ ਮਾਲੂਮਾਤ ਤੁਹਾਨੂੰ ਸਪਿਰਿਚੁਅਲ ਯੂਨੀਵਰਸਿਟੀ ਦੀ ਤਰਫੋਂ ਪੇਸ਼ ਕੀਤੀ ਜਾਂਦੀ ਹੈ। ਅੱਜ ਦੀ ਇਸ ਸ਼ਾਨਦਾਰ ਨਿਸ਼ਸਤ ਵਿੱਚ ਅਸੀਂ ਇੱਕ ਬਹੁਤ ਹੀ ਖਾਸ ਤੇ ਗਹਿਰੇ ਰੂਹਾਨੀ ਮੌਜੂ ਤੇ ਗੱਲ ਕਰਾਂਗੇ। ਸਾਡੇ ਸਾਹਮਣੇ ਤਜੱਲੀਏ ਰਹਿਮਤ ਦੇ ਨਾਂ ਤੋਂ ਇੱਕ ਨਾਤੀਆ ਕਲਾਮ ਦਾ ਤਾਰੀਖੀ ਤੇ ਰੂਹਾਨੀ ਮੁਤਾਲਾ ਮੌਜੂਦ ਹੈ। ਅੱਜ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਕੁਝ ਸਾਦਾ ਜਿਹੇ ਲਫ਼ਜ਼ਾਂ ਦੇ ਪਿੱਛੇ ਇੰਨੇ ਵੱਡੇ ਰੂਹਾਨੀ ਰਾਜ਼ ਛੁਪੇ ਹੋ ਸਕਦੇ ਨੇ ਤੇ ਉਹ ਸਾਡੀ ਅੱਜ ਦੀ ਜ਼ਿੰਦਗੀ ਨੂੰ ਕਿੱਦਾਂ ਬਦਲ ਸਕਦੇ ਨੇ। ਅੱਛਾ, ਅੱਗੇ ਵਧਣ ਤੋਂ ਪਹਿਲਾਂ ਆਓ ਸਭ ਤੋਂ ਪਹਿਲਾਂ ਇਸ ਅਜ਼ੀਮ ਕਲਾਮ ਦੇ ਮੁਸੰਨਫ ਦਾ ਤਾਰਫ ਜਾਣਦੇ ਹਾਂ। ਇਸ ਬਾਕਮਾਲ ਕਲਾਮ ਨੂੰ ਤਹਿਰੀਰ ਕੀਤਾ ਹੈ ਹਜ਼ਰਤ ਜੀ ਫਕੀਰ ਤਾਬਿਸ਼ ਕਮਾਲ ਸਾਹਿਬ ਨੇ। ਉਹਨਾਂ ਦਾ ਨਾਮ ਇੰਤਹਾਈ ਅਦਬ, ਇਹਤਰਾਮ ਤੇ ਅਕੀਦਤ ਨਾਲ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਸ਼ਾਇਰੀ ਵਿੱਚ ਇਸ਼ਕੇ ਰਸੂਲ ਤੇ ਸੱਚੇ ਤਸੱਵੁਫ ਦਾ ਇੱਕ ਬਹੁਤ ਹੀ ਗਹਿਰਾ ਰੰਗ ਮੌਜੂਦ ਹੈ। ਉਹਨਾਂ ਦੀ ਮਸ਼ਹੂਰ ਕਿਤਾਬ ਪਿਆਰ ਪਿਆਮ ਦਾ ਜ਼ਿਕਰ ਇੱਥੇ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇਸ ਕਿਤਾਬ ਦੀ ਹੋਰ ਤਫਸੀਲ ਤੇ ਮੁਸੰਨਫ ਦਾ ਤਫਸੀਲੀ ਤਾਰਫ ਜਾਣਨਾ ਚਾਹੁੰਦੇ ਹੋ ਤੇ ਉਹ ਦਿੱਤੇ ਗਏ ਲਿੰਕ ਤੋਂ ਬਾਸਾਨੀ ਹਾਸਲ ਕੀਤਾ ਜਾ ਸਕਦਾ ਹੈ, ਜਿੱਥੇ ਬਹੁਤ ਅਹਿਮ ਤਾਰੀਖੀ ਤੇ ਰੂਹਾਨੀ ਮਾਲੂਮਾਤ ਮੌਜੂਦ ਹਨ। ਹਜ਼ਰਤ ਜੀ ਫਕੀਰ ਤਾਬਿਸ਼ ਕਮਾਲ ਦਾ ਕਲਾਮ ਸਿੱਧਾ ਦਿਲ ਤੇ ਜਾ ਕੇ ਲੱਗਦਾ ਹੈ ਤੇ ਯਕੀਨ ਜਾਣੋ ਅੱਜ ਅਸੀਂ ਇਸ ਦੀ ਅਸਲ ਤਾਕਤ ਨੂੰ ਮਹਿਸੂਸ ਕਰਾਂਗੇ। ਆਓ ਅਸੀਂ ਇਸ ਕਲਾਮ ਦੀ ਸ਼ੁਰੂਆਤੀ ਲਾਈਨੋਂ ਤੋਂ ਗੱਲ ਸ਼ੁਰੂ ਕਰਦੇ ਹਾਂ। ਜ਼ਰਾ ਇਹਨਾਂ ਲਫ਼ਜ਼ਾਂ ਦੀ ਮਿਠਾਸ ਤੇ ਗਹਿਰਾਈ ਨੂੰ ਮਹਿਸੂਸ ਕਰਿਓ। ਪਾਕ ਨਬੀ ਜੋ ਜ਼ਾਤ ਅਹਿਦ ਦੀ ਤਾਂ ਪਛਾਣ ਕਰਾਂਦੇ, ਅੱਜ ਇਸ ਦੇ ਮਿਸਕੀਨ ਨਮਾੜੇ ਖੜੇ ਪਾਸੇ ਜਾਂਦੇ। ਇਹਨਾਂ ਅਸ਼ਾਰ ਦਾ ਮਤਲਬ ਬਹੁਤ ਸੋਹਣਾ ਤੇ ਬਿਲਕੁਲ ਸਾਦਾ ਹੈ। ਇਸ ਦਾ ਮਤਲਬ ਇਹ ਵੇ ਕਿ ਸਾਡੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਇੱਕ ਅੱਲਾਹ ਯਾਨੀ ਜ਼ਾਤ ਅਹਿਦ ਦੀ ਪਹਿਚਾਣ ਕਰਵਾਈ ਤੇ ਨਾਲੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਮੁਆਸ਼ਰੇ ਦੇ ਬਿਲਕੁਲ ਆਜਜ਼, ਮਿਸਕੀਨ ਤੇ ਦੱਬੇ ਹੋਏ ਲੋਕ ਸਨ, ਉਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਦਾ ਸਹਾਰਾ ਬਣੇ। ਇਹ ਦਰਅਸਲ ਇੱਕ ਮੁਕੰਮਲ ਰੂਹਾਨੀ ਸਫ਼ਰ ਦੀ ਸ਼ੁਰੂਆਤ ਹੈ। ਹੁਣ ਜੇ ਅਸੀਂ ਇਸ ਕਲਾਮ ਨੂੰ ਸਹੀ ਤਰ੍ਹਾਂ ਸਮਝਣਾ ਹੈ ਤੇ ਇਸ ਨੂੰ 3 ਅਹਿਮ ਹਿੱਸਿਆਂ ਯਾਨੀ 3 ਫੇਜ਼ਸ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਰਬਤੇ ਇਲਾਹੀ ਯਾਨੀ ਆਪਣੇ ਖਾਲਿਕ ਨਾਲ ਸੱਚਾ ਤਾਲੁਕ ਜੋੜਨਾ। ਦੂਜਾ ਹੈ ਨਜ਼ੂਲੇ ਨੂਰ ਯਾਨੀ ਇਸ ਦੁਨੀਆ ਵਿੱਚ ਹਿਦਾਇਤ ਦੇ ਨੂਰ ਦਾ ਉਤਰਨਾ। ਤੇ ਤੀਜਾ ਹੈ ਫਤਿਹ ਰਹਿਮਤ ਯਾਨੀ ਆਖਿਰਕਾਰ ਰਹਿਮਤ ਦੀ ਮੁਕੰਮਲ ਕਾਮਯਾਬੀ। ਇਹ ਤਿੰਨੋਂ ਮਰਹਲੇ ਇਸ ਪੂਰੇ ਰੂਹਾਨੀ ਸਫ਼ਰ ਦਾ ਨਕਸ਼ਾ ਸਮਝਣ ਵਿੱਚ ਸਾਡੀ ਬਹੁਤ ਮਦਦ ਕਰਦੇ ਨੇ। ਸੋ ਜ਼ਰਾ ਸੋਚੋ, ਇਸ ਸਭ ਦਾ ਅਮਲੀ ਨਤੀਜਾ ਕੀ ਨਿਕਲਦਾ ਹੈ। ਗੱਲ ਬਹੁਤ ਪੱਤੇ ਦੀ ਹੈ। ਜਦੋਂ ਇਨਸਾਨ ਨੂੰ ਜ਼ਾਤੇ ਅਹਦ ਦੀ ਸੱਚੀ ਪਹਿਚਾਣ ਹੋ ਜਾਂਦੀ ਹੈ ਤੇ ਉਹ ਇਨਸਾਨ ਖੁਦ ਬਖੁਦ ਇਨਸਾਨੀਅਤ ਲਈ ਇੱਕ ਪਨਾਹਗਾਹ ਬਣ ਜਾਂਦਾ ਹੈ। ਮਤਲਬ ਬਿਲਕੁਲ ਸਾਫ਼ ਹੈ, ਜਿਹੜਾ ਇਨਸਾਨ ਆਪਣੇ ਖਾਲਿਕ ਨਾਲ ਜੁੜਦਾ ਹੈ ਉਹ ਮਖਲੂਕ ਲਈ ਸਰਾਪਾ ਰਹਿਮਤ ਤੇ ਸਹਾਰਾ ਬਣ ਜਾਂਦਾ ਹੈ। ਅਸਲ ਰੂਹਾਨੀਅਤ ਦਾ ਮਤਲਬ ਸਿਰਫ ਇਬਾਦਤਾਂ ਤੱਕ ਮਹਿਦੂਦ ਰਹਿਣਾ ਨਹੀਂ, ਬਲਕਿ ਇਨਸਾਨੀਅਤ ਦੀ ਖਿਦਮਤ ਕਰਨਾ ਤੇ ਮਸਕੀਨਾਂ ਦਾ ਸਹਾਰਾ ਬਣਨਾ ਹੈ। ਹੁਣ ਅਗਲੇ ਅਸ਼ਾਰ ਵੱਲ ਧਿਆਨ ਦਿਓ, ਬਹੁਤ ਹੀ ਖੂਬਸੂਰਤ ਅੰਦਾਜ਼ ਹੈ। ਨੂਰ ਪਹਾੜੋਂ ਆ ਕੇ ਖਲਕਤ ਨੂੰ ਕੁਰਾਨ ਸੁਨਾਇਆ, ਪਾਕ ਨਬੀ ਨੇ ਵਰਫਾ ਨਾਲ ਲਕ ਦਾ ਫਰਮਾਨ ਸੁਨਾਇਆ। ਇੱਥੇ ਸ਼ਾਇਰ ਨੇ ਬੜੀ ਕਮਾਲ ਮਹਾਰਤ ਨਾਲ ਨੂਰ ਨੂੰ 3 ਵੱਖਰੀਆਂ ਚੀਜ਼ਾਂ ਨਾਲ ਜੋੜ ਦਿੱਤਾ ਹੈ। ਪਹਿਲਾ ਕੁਰਾਨ ਮਜੀਦ, ਦੂਜਾ ਜ਼ਾਤੇ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਤੇ ਤੀਜਾ ਗਾਰੇ ਹਿਰਾ ਯਾਨੀ ਜਬਲੇ ਨੂਰ ਦਾ ਪਹਾੜ। ਇਹ ਨੂਰ ਦੀ ਇੱਕ ਅਜਿਹੀ ਲੜੀ ਹੈ ਜਿਸ ਨੇ ਪੂਰੀ ਦੁਨੀਆ ਨੂੰ ਹਮੇਸ਼ਾ ਲਈ ਰੋਸ਼ਨ ਕਰਕੇ ਰੱਖ ਦਿੱਤਾ। ਜ਼ਰਾ ਇਸ ਮੰਜ਼ਰ ਨੂੰ ਆਪਣੇ ਜ਼ਿਹਨ ਵਿੱਚ ਲੈ ਕੇ ਆਓ। ਗਾਰੇ ਹਿਰਾ ਦੀ ਤਨਹਾਈ ਤੇ ਬੁਲੰਦੀ ਤੋਂ ਇਹ ਨੂਰ ਕਦਾਂ ਥੱਲੇ ਮੱਕਾ ਦੀ ਵਾਦੀ ਵਿੱਚ ਉਤਰਿਆ। ਗਾਰੇ ਹਿਰਾ ਪਹਾੜ ਦੀ ਬਿਲਕੁਲ ਚੋਟੀ ਤੇ ਵਾਕਿਆ ਹੈ, ਜਿੱਥੇ ਮੁਕੰਮਲ ਖਲਵਤ ਸੀ, ਸਕੂਨ ਸੀ। ਇੱਥੋਂ ਵਹੀ ਤੇ ਕੁਰਾਨ ਦਾ ਇਹ ਅਜ਼ੀਮ ਨੂਰ ਥੱਲੇ ਇਨਸਾਨੀਅਤ ਵੱਲ ਆਇਆ। ਇਹ ਕੋਈ ਆਮ ਜੁਗਰਾਫੀਆਈ ਬੁਲੰਦੀ ਨਹੀਂ ਸੀ, ਬਲਕਿ ਇਹ ਰੂਹਾਨੀ ਬੁਲੰਦੀ ਤੋਂ ਦੁਨੀਆ ਨੂੰ ਫੈਜ਼ ਪਹੁੰਚਾਉਣ ਦਾ ਇੱਕ ਬੇਮਿਸਾਲ ਅਮਲ ਸੀ। ਇਸ ਤੋਂ ਫੌਰਨ ਬਾਅਦ ਕਲਾਮ ਵਿੱਚ ਜ਼ਿਕਰ ਆਂਦਾ ਹੈ ਸੂਰਤ ਅਲ-ਨਸ਼ਰ ਦੀ ਅਜ਼ੀਮ ਆਇਤ ਦਾ, ਵਰਫਾਨਾ ਲਕਾ ਜ਼ਿਕਰਕ ਯਾਨੀ ਤੇ ਅਸੀਂ ਤੁਹਾਡੇ ਲਈ ਤੁਹਾਡਾ ਜ਼ਿਕਰ ਬੁਲੰਦ ਕਰ ਦਿੱਤਾ ਹੈ। ਇਹ ਤੇ ਸਮਝਣ ਵਾਲੀ ਸਭ ਤੋਂ ਅਹਿਮ ਗੱਲ ਇਹ ਵੇ ਕਿ ਜ਼ਿਕਰ ਦੀ ਇਸ ਅਬਦੀ ਬੁਲੰਦੀ ਦਾ ਵਾਅਦਾ ਉਸ ਵਕਤ ਕੀਤਾ ਗਿਆ ਸੀ ਜਦੋਂ ਮੱਕੇ ਵਿੱਚ ਹਾਲਾਤ ਇੰਤਹਾ ਦੇ ਸਖਤ ਸਨ ਤੇ ਬਜ਼ਾਹਿਰ ਕਮਜ਼ੋਰੀ ਦਾ ਵੇਲਾ ਸੀ। ਪਰ ਵੇਖੋ, ਅੱਲਾ ਨੇ ਆਪਣੇ ਮਹਿਬੂਬ ਨਾਲ ਹਮੇਸ਼ਾ ਲਈ ਜ਼ਿਕਰ ਦੀ ਬੁਲੰਦੀ ਦਾ ਕੈਸਾ ਸੱਚਾ ਵਾਅਦਾ ਫਰਮਾਇਆ। ਹੁਣ ਅਸੀਂ ਇਸ ਕਲਾਮ ਦੇ ਉਸ ਹਿੱਸੇ ਵੱਲ ਆਂਦੇ ਹਾਂ ਜਿਹੜਾ ਸੱਚੀ ਮੁੱਚੀ ਬਹੁਤ ਹੀ ਜਜ਼ਬਾਤੀ ਤੇ ਦਿਲ ਨੂੰ ਹਿਲਾ ਦੇਣ ਵਾਲਾ ਹੈ। ਤਾਇਫ ਦਾ ਸਫ਼ਰ। ਅਸ਼ਾਰ ਸੁਣੀਏ। ਪੱਥਰਾਂ ਵਿੱਚੋਂ ਲਹੂ ਪਿਆ ਵਗੇ, ਆਪ ਦੁਆਵਾਂ ਦੇਵਣ ਜਿਹੜਾ, ਆਪ ਨੂੰ ਥੱਕੇ ਦੇਵੇ ਉਹਨੂੰ ਛਾਵਾਂ ਦੇਵਣ। ਇਹ ਲਫ਼ਜ਼ ਤਾਇਫ ਦੇ ਉਸ ਖੂਨੀ ਸਫ਼ਰ ਦੀ ਮੰਜ਼ਰਕਸ਼ੀ ਕਰ ਰਹੇ ਨੇ ਜਿੱਥੇ ਜਿਸਮੇ ਮੁਬਾਰਕ ਲਹੂ ਲਹਾਨ ਕਰ ਦਿੱਤਾ ਗਿਆ ਸੀ।
ਲੇਕਿਨ ਕਮਾਲ ਦੀ ਗੱਲ ਵੇਖੋ, ਜ਼ੁਬਾਨ ਤੇ ਬਦਦੁਆ ਦਾ ਇੱਕ ਲਫ਼ਜ਼ ਨਹੀਂ ਸੀ, ਬਲਕਿ ਸਿਰਫ ਰਹਿਮਤ ਤੇ ਹਿਦਾਇਤ ਦੀ ਦੁਆ ਸੀ। ਪੂਰੀ ਇਨਸਾਨੀਅਤ ਦੀ ਤਾਰੀਖ ਪੜ੍ਹ ਲਵੋ, ਅਜਿਹੀ ਬਰਦਾਸ਼ਤ ਦੀ ਮਿਸਾਲ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ। ਤਾਇਫ ਦੇ ਇਸ ਪੂਰੇ ਵਾਕਿਆ ਦਾ ਤਜ਼ਾਦ ਜ਼ਰਾ ਗੌਰ ਨਾਲ ਵੇਖੋ। ਇੱਕ ਪਾਸੇ ਤੁਹਾਨੂੰ ਦੁਨੀਆ ਦਾ ਅਮਲ ਨਜ਼ਰ ਆਵੇਗਾ, ਪੱਥਰ ਮਾਰਨਾ, ਖੂਨ ਬਹਾਣਾ, ਗਾਲੀਆਂ ਕੱਢਣਾ ਤੇ ਧੱਕੇ ਦੇਣਾ, ਤੇ ਬਿਲਕੁਲ ਦੂਜੇ ਪਾਸੇ ਨਵੀਂ ਰੱਦ-ਅਮਲ ਵੇਖੋ, ਹਿਦਾਇਤ ਦੀ ਦੁਆ ਕਰਨਾ, ਰਹਿਮਤ ਦਾ ਸਾਇਆ ਬਣਨਾ ਤੇ ਸਭ ਨੂੰ ਮਾਫ ਕਰ ਦੇਣਾ। ਤੇ ਭਲਾ ਇਸ ਦਾ ਰੂਹਾਨੀ ਨਤੀਜਾ ਕੀ ਨਿਕਲਿਆ? ਉਹਨਾਂ ਹੀ ਦੁਸ਼ਮਣਾਂ ਦੀ ਨਸਲਾਂ ਦਾ ਇਸਲਾਮ ਲੈ ਆਣਾ ਤੇ ਆਪ ਦੇ ਜ਼ਿਕਰ ਦੀ ਹਮੇਸ਼ਾ ਲਈ ਬੁਲੰਦੀ। ਇਹ ਜਿਹਾ ਤਸੱਵਰ ਹੈ ਨਾ, ਇਹ ਇਸ ਪੂਰੇ ਕਲਾਮ ਦਾ ਮਰਕਜ਼ ਹੈ। ਅਸੀਂ ਇਸ ਨੂੰ ਕਲਬੇ ਮੁਸਤਫਾ ਦੀ ਕੀਮਿਆਗਰੀ ਯਾਨੀ ਰੂਹਾਨੀ ਅਲਕਮੀ ਕਹਿ ਸਕਦੇ ਹਾਂ। ਜ਼ਰਾ ਸੋਚੋ, ਇੱਕ ਪਾਸੇ ਤੋਂ ਪੱਥਰ, ਜ਼ੁਲਮ ਤੇ ਤਕਲੀਫਾਂ ਆ ਰਹੀਆਂ ਨੇ, ਲੇਕਿਨ ਜਦੋਂ ਉਸ ਪਾਕ ਦਿਲ ਜਿਸ ਨੂੰ ਕੁਰਾਨ ਨੇ ਰਹਿਮਤਨ ਲਿਲ ਆਲਮੀਨ ਆਖਿਆ, ਉਸ ਵਿੱਚੋਂ ਗੁਜ਼ਰਦੀਆਂ ਨੇ ਤੇ ਬਾਹਰ ਕੀ ਨਿਕਲਦਾ ਹੈ? ਦੂਸਰੀ ਤਰਫੋਂ ਉਹੀ ਤਕਲੀਫਾਂ ਦੁਆਵਾਂ, ਰਹਿਮਤਾਂ ਤੇ ਠੰਡੀਆਂ ਛਾਵਾਂ ਬਣ ਕੇ ਨਿਕਲ ਰਹੀਆਂ ਨੇ। ਇਹ ਹੈ ਅਸਲ ਰਹਿਮਤ ਦਾ ਮੌਜਜ਼ਾ। ਨਬੂਵਤ ਦਾ ਜੋਗਰਾਫੀਆ, ਇਹ ਗੱਲ ਬੜੀ ਗਹਿਰੀ ਹੈ ਤੇ ਮੈਨੂੰ ਜ਼ਾਤੀ ਤੌਰ ਤੇ ਬਹੁਤ ਪਸੰਦ ਆਈ ਹੈ। ਵੇਖੋ, ਗਾਰੇ ਹਿਰਾ ਇੱਕ ਪਹਾੜ ਦੀ ਬੁਲੰਦੀ ਤੇ ਸੀ ਨਾ, ਜਿੱਥੋਂ ਨੂਰ ਤੇ ਰਹਿਮਤ ਥੱਲੇ ਮੱਕਾ ਵੱਲ ਆਈ। ਲੇਕਿਨ ਤਾਇਫ ਤੇ ਇੱਕ ਵਾਦੀ ਸੀ, ਇੱਕ ਨੀਵੀਂ ਜਗ੍ਹਾ ਸੀ। ਉੱਥੇ ਆਪ ਨੂੰ ਪੱਥਰ ਮਾਰੇ ਗਏ, ਤਕਲੀਫਾਂ ਦਿੱਤੀਆਂ ਗਈਆਂ, ਲੇਕਿਨ ਤਾਇਫ ਦੀ ਇਸ ਨੀਵੀਂ ਵਾਦੀ ਤੋਂ ਜਿਹੜੀਆਂ ਮਾਫੀ ਤੇ ਰਹਿਮਤ ਦੀਆਂ ਦੁਆਵਾਂ ਉੱਪਰ ਅਸਮਾਨ ਵੱਲ ਗਈਆਂ, ਉਹਨਾਂ ਨੇ ਬੁਲੰਦੀ ਦੀ ਇੱਕ ਨਵੀਂ ਤਾਰੀਖ ਰਕਮ ਕਰ ਦਿੱਤੀ। ਯਾਨੀ ਨੂਰ ਉੱਪਰ ਤੋਂ ਥੱਲੇ ਆਇਆ ਤੇ ਰਹਿਮਤ ਥੱਲੇ ਤੋਂ ਉੱਪਰ ਗਈ। ਕਮਾਲ ਨਹੀਂ? ਇਹ ਗੱਲ ਸਾਨੂੰ ਬਿਲਕੁਲ ਵਾਜ਼ਿਆ ਦੱਸਦੀ ਏ ਕਿ ਜ਼ਿਕਰ ਦੀ ਬੁਲੰਦੀ ਦਾ ਅਸਲ ਰਾਜ਼ ਕੀ ਏ। ਇੱਕ ਪਾਸੇ ਵਰਫਾ ਨਾਲੇ ਦਾ ਜ਼ਿਕਰਾ ਕਦਾ ਖੁਦਾਈ ਵਾਦਾ ਏ ਤੇ ਦੂਜੇ ਪਾਸੇ ਤਾਇਫ ਦੇ ਬਾਜ਼ਾਰਾਂ ਵਿੱਚ ਪੱਥਰ ਖਾ ਕੇ ਖੂਨ ਵਗਣਾ ਏ। ਜ਼ਿਕਰ ਦੀ ਬੁਲੰਦੀ ਦਾ ਰਾਜ਼ ਦੁਨਿਆਵੀ ਫਤੂਹਾਤ ਜਾਂ ਤਾਕਤ ਵਿੱਚ ਨਹੀਂ, ਬਲਕਿ ਇਸ ਬੇਮਿਸਾਲ ਸਬਰ, ਬਰਦਾਸ਼ਤ ਤੇ ਆਪਣੇ ਜ਼ਾਲਮਾਂ ਨੂੰ ਵੀ ਛਾਂ ਦੇਣ ਵਿੱਚ ਛੁਪਿਆ ਹੋਇਆ ਏ। ਇਹ ਦੋਨੋਂ ਚੀਜ਼ਾਂ ਮਿਲ ਕੇ ਇੱਕ ਕਾਮਿਲ ਤੇ ਮੁਕੰਮਲ ਸੀਰਤ ਬਣਾਉਂਦੀਆਂ ਨੇ। ਤੇ ਬਸ ਗੱਲ ਨੂੰ ਸਮੇਟਦੇ ਹੋਏ ਅਸੀਂ ਇਸ ਖੂਬਸੂਰਤ ਦਰਖਤ ਦੀ ਮਿਸਾਲ ਵੱਲ ਆਉਂਦੇ ਹਾਂ, ਜਿਸ ਤੇ ਕਲਾਮ ਦਾ ਆਖਰੀ ਮਿਸਰਾ ਲਿਖਿਆ ਹੈ, ਜਿਹੜਾ ਆਪ ਨੂੰ ਧੱਕੇ ਦੇਵੇ ਉਹਨੂੰ ਛਾਵਾਂ ਦਿਉਣ। ਅੱਜਕੱਲ ਦੇ ਇਸ ਨਫ਼ਰਤਾਂ ਭਰੇ ਦੌਰ ਵਿੱਚ ਸੀਰਤ ਮੁਸਤਫਾ ਦਾ ਸਾਡੇ ਲਈ ਸਭ ਤੋਂ ਵੱਡਾ ਪੈਗਾਮ ਇਹੀ ਛਾਂ ਬਣਨਾ ਹੈ। ਜਦੋਂ ਲੋਕ ਸਾਨੂੰ ਧੱਕੇ ਦੇਣ, ਬੁਰਾਈ ਕਰਨ ਤੇ ਸਾਨੂੰ ਉਹਨਾਂ ਲਈ ਸਾਇਆਦਾਰ ਦਰਖਤ ਬਣ ਜਾਣਾ ਚਾਹੀਦਾ ਹੈ। ਹੁਣ ਜਾਣ ਤੋਂ ਪਹਿਲਾਂ ਸੋਚਣ ਦੀ ਗੱਲ ਸਿਰਫ ਇਹ ਹੈ ਕਿ ਕਿਆ ਅਸੀਂ ਆਪਣੀ ਜ਼ਿੰਦਗੀਆਂ ਵਿੱਚ ਆਪਣੇ ਅਮਲ ਨਾਲ ਕਿਸੇ ਲਈ ਅਜਿਹੀ ਠੰਡੀ ਛਾਂ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ? ਇਸ ਗਹਿਰੇ ਸਵਾਲ ਨਾਲ ਅਸੀਂ ਅੱਜ ਦੀ ਇਹ ਰੂਹਾਨੀ ਨਿਸ਼ਿਸਤ ਇੱਥੇ ਹੀ ਖਤਮ ਕਰਦੇ ਹਾਂ। ਉਮੀਦ ਹੈ ਤੁਹਾਨੂੰ ਇਹ ਮੁਤਾਲਾ ਪਸੰਦ ਆਇਆ ਹੋਵੇਗਾ। ਰੱਬ ਰਾਖਾ।